किताब शहीद जसवंत सिंह खालड़ा सोच संघर्ष ते शहादत। लेखक सरदार अजमेर सिंह। आवाज़ भाई गुरजंट सिंह रूपवाली। भाग 24। लंबी ते मुश्किलां भरी कानूनी लड़ाई ਅਤੇ ਭਾਈ ਖਾਲੜਾ ਦੀ ਸ਼ਹਾਦਤ ਦਾ ਰਹੱਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਸਤੰਬਰ 1995 ਨੂੰ ਬੀਬੀ ਖਾਲੜਾ ਨੇ ਪੁਲਿਸ ਵੱਲੋਂ ਜਸਵੰਤ ਸਿੰਘ ਨੂੰ ਗੈਰ ਕਾਨੂੰਨੀ ਢੰਗ ਨਾਲ ਅਗਵਾ ਕਰਨ ਤੇ ਉਸ ਦੀ ਗੈਰ ਕਾਨੂੰਨੀ ਹਿਰਾਸਤ ਤੋਂ ਰਿਹਾਈ ਵਾਸਤੇ ਸੁਪਰੀਮ ਕੋਰਟ ਵਿੱਚ ਰਿਟ ਪਟੀਸ਼ਨ ਨੰਬਰ 497 1995 ਪਾ ਦਿੱਤੀ ਸੀ, ਜਿਸ ਵਿੱਚ ਅਜੀਤ ਸਿੰਘ ਸੰਧੂ ਨੂੰ ਸਿੱਧੇ ਰੂਪ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਹਿੰਮਤ ਕਰਕੇ ਹਾਈ ਕੋਰਟ ਕੋਲੋਂ ਵਾਰੰਟ ਅਫਸਰ ਭੇਜ ਕੇ ਜਸਵੰਤ ਸਿੰਘ ਖਾਲੜਾ ਦੀ ਪੁਲਿਸ ਹਿਰਾਸਤ ਵਿੱਚ ਨਿਸ਼ਾਨਦੇਹੀ ਕਰਨ ਦਾ ਆਰਡਰ ਕਰਵਾ ਲਿਆ ਸੀ। ਵਾਰੰਟ ਅਫਸਰ ਨੇ ਝਬਾਲ ਤੇ ਸਰਹਾਲੀ ਦੇ ਥਾਣਿਆਂ ਵਿੱਚ ਛਾਪੇ ਮਾਰੇ, ਪਰ ਪੁਲਿਸ ਨੂੰ ਆਪਣੇ ਹਾਈ ਕੋਰਟ ਅੰਦਰਲੇ ਸੂਤਰਾਂ ਰਾਹੀਂ ਵਾਰੰਟ ਅਫਸਰ ਦੇ ਆਉਣ ਦੀ ਸੂਹ ਮਿਲ ਗਈ ਸੀ, ਜਿਸ ਕਰਕੇ ਵਾਰੰਟ ਅਫਸਰ ਨੂੰ ਖਾਲੀ ਹੱਥੀਂ ਵਾਪਸ ਮੁੜਨਾ ਪਿਆ ਸੀ। 15 ਨਵੰਬਰ 1995 ਨੂੰ ਸੁਪਰੀਮ ਕੋਰਟ ਨੇ CBI ਨੂੰ ਜਸਵੰਤ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਦੀ ਅਤੇ ਨਾਲ ਹੀ ਖਾਲੜੇ ਵੱਲੋਂ ਅਣਪਛਾਤੀਆਂ ਤੇ ਲਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਬਾਰੇ ਜਾਰੀ ਕੀਤੀ ਰਿਪੋਰਟ ਵਿੱਚ ਲਾਏ ਦੋਸ਼ਾਂ ਬਾਰੇ ਵੀ ਜਾਂਚ ਪੜਤਾਲ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਦੇ DGP ਸਮੇਤ ਸਭਨਾਂ ਸੰਬੰਧਿਤ ਪੁਲਿਸ ਅਫਸਰਾਂ, ਹੋਮ ਸਕੱਤਰ ਤੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ CBI ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕੀਤੀ ਜਾਵੇ। 30 ਅਕਤੂਬਰ 1996 ਨੂੰ CBI ਨੇ ਪਟਿਆਲਾ ਵਿਖੇ ਮੈਜਿਸਟ੍ਰੇਟ ਅੱਗੇ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਦੇ 9 ਅਫਸਰਾਂ ਦੇ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ, ਜਿਨ੍ਹਾਂ ਵਿੱਚ ਤਰਨਤਾਰਨ ਦੇ SSP ਸਮੇਤ 2 DSP, 4 SHO, 1 ASI ਤੇ 1 ਹੌਲਦਾਰ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਹੈ ਕਿ CBI ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਿਨਾਂ ਹੀ ਆਪਣੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਸੀ। 12 ਦਸੰਬਰ 1996 ਨੂੰ ਸੁਪਰੀਮ ਕੋਰਟ ਨੇ CBI ਨੂੰ ਹਦਾਇਤ ਕੀਤੀ ਕਿ ਉਹ ਉਹਨਾਂ ਕੇਸਾਂ ਦੀ ਨਿਸ਼ਾਨਦੇਹੀ ਕਰੇ ਜਿਨ੍ਹਾਂ ਬਾਰੇ ਉਹ ਜਸਵੰਤ ਸਿੰਘ ਖਾਲੜਾ ਦੁਆਰਾ ਲਾਏ ਗਏ ਦੋਸ਼ਾਂ ਬਾਰੇ ਕੀਤੀ ਗਈ ਜਾਂਚ ਦੇ ਆਧਾਰ ਤੇ ਕੇਸ ਦਾਇਰ ਕਰਨ ਦੀ ਲੋੜ ਮਹਿਸੂਸ ਕਰਦੀ ਹੈ। 28 ਅਪ੍ਰੈਲ 1998 ਨੂੰ CBI ਦੇ ਮੈਜਿਸਟ੍ਰੇਟ ਪਟਿਆਲਾ ਨੇ ਮੁਕੱਦਮਾ ਸੈਸ਼ਨ ਜੱਜ ਦੀ ਕਚਹਿਰੀ ਦੇ ਸਪੁਰਦ ਕਰ ਦਿੱਤਾ ਸੀ। 22 ਜੁਲਾਈ 1998 ਨੂੰ ਦੋਸ਼ੀਆਂ ਉੱਤੇ ਹੇਠ ਲਿਖੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਏ। 302, 364, 120B ਅਤੇ 201 IPC। CBI ਨੇ ਭਾਈ ਖਾਲੜਾ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਅਖੀਰ ਵਿੱਚ ਜਾਨੋਂ ਖਤਮ ਕਰ ਦੇਣ ਦੇ ਚਸ਼ਮਦੀਦ ਗਵਾਹ ਕੁਲਦੀਪ ਸਿੰਘ ਬਚੜੇ ਨੂੰ ਗਵਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। 9 ਅਕਤੂਬਰ 2004 ਨੂੰ ਸੈਸ਼ਨ ਜੱਜ ਨੇ CBI ਨੂੰ ਕੁਲਦੀਪ ਸਿੰਘ ਨੂੰ ਗਵਾਹ ਬਣਾਉਣ ਲਈ ਹਦਾਇਤ ਜਾਰੀ ਕੀਤੀ। 20 ਅਗਸਤ 2004 ਨੂੰ ਹਾਈ ਕੋਰਟ ਨੇ ਮੁਕੱਦਮੇ ਦੀ ਕਾਰਵਾਈ ਨੂੰ ਬੇਵਜ੍ਹਾ ਲਮਕਾਏ ਜਾਣ ਦਾ ਤਿੱਖਾ ਨੋਟਿਸ ਲੈਂਦਿਆਂ ਸੈਸ਼ਨ ਕੋਰਟ ਨੂੰ 6 ਮਹੀਨਿਆਂ ਦੇ ਅੰਦਰ ਮੁਕੱਦਮਾ ਨਿਬੇੜਨ ਦੀ ਹਦਾਇਤ ਕੀਤੀ, ਪਰ ਉਸ ਤੋਂ ਬਾਅਦ ਵੀ ਸੈਸ਼ਨ ਕੋਰਟ ਨੇ ਮੁਕੱਦਮਾ ਨਿਬੇੜਨ ਵਿੱਚ ਸਵਾ ਸਾਲ ਲਾ ਦਿੱਤਾ ਸੀ। 18 ਨਵੰਬਰ 2005 ਨੂੰ ਪਟਿਆਲਾ ਦੇ ਵਧੀਕ ਜੱਜ ਭੁਪਿੰਦਰ ਸਿੰਘ ਨੇ 9 ਵਿੱਚੋਂ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾ ਦਿੱਤੀਆਂ। ਸਿਰਫ 2 ਨੂੰ ਹੀ ਉਮਰ ਕੈਦ ਹੋਈ, ਕਿਉਂਕਿ ਬਾਕੀ 6 ਉੱਤੇ IPC ਦੀ ਧਾਰਾ 364 ਅਧੀਨ ਹੀ ਮੁਕੱਦਮਾ ਦਰਜ ਹੋਇਆ ਸੀ। ਉਹ ਇਸ ਕਾਨੂੰਨੀ ਉਕਾਈ ਦਾ ਲਾਭ ਲੈਣ ਵਿੱਚ ਸਫਲ ਹੋ ਗਏ। ਉਹਨਾਂ ਨੂੰ ਭਾਈ ਖਾਲੜਾ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਵਿੱਚ ਸਿਰਫ 7 ਸਾਲਾਂ ਦੀ ਸਜ਼ਾ ਦਿੱਤੀ ਗਈ। ਇੱਕ ਦੋਸ਼ੀ DSP ਅਸ਼ੋਕ ਕੁਮਾਰ ਦੀ ਮੁਕੱਦਮੇ ਦਾ ਨਿਬੇੜਾ ਹੋਣ ਤੋਂ ਪਹਿਲਾਂ ਹੀ ਦਿਲ ਫੇਲ ਹੋ ਜਾਣ ਕਾਰਨ ਮੌਤ ਹੋ ਗਈ ਸੀ। 8 ਅਕਤੂਬਰ 2007 ਨੂੰ ਹਾਈ ਕੋਰਟ ਨੇ ਦੋਸ਼ੀਆਂ ਵੱਲੋਂ ਸਜ਼ਾਵਾਂ ਵਿਰੁੱਧ ਕੀਤੀ ਅਪੀਲ ਨਾ ਸਿਰਫ ਰੱਦ ਕਰ ਦਿੱਤੀ, ਸਗੋਂ 5 ਦੋਸ਼ੀਆਂ ਦੀ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ ਸੀ, ਪਰ 6ਵੇਂ ਦੋਸ਼ੀ ਨੂੰ ਬਰੀ ਕਰ ਦਿੱਤਾ ਸੀ।
4 ਨਵੰਬਰ 2011 ਨੂੰ ਸੁਪਰੀਮ ਕੋਰਟ ਨੇ 5 ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਘਟਾਉਣ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਇਸ ਦੇ ਨਾਲ ਹੀ 16 ਸਾਲਾਂ ਤੱਕ ਚੱਲੀ ਅਦਾਲਤੀ ਕਾਰਵਾਈ ਦਾ ਅੰਤ ਹੋ ਗਿਆ ਸੀ। ਪਰ ਇਸ ਅਦਾਲਤੀ ਕਾਰਵਾਈ ਦੌਰਾਨ ਸਮਾਜ ਅੰਦਰ ਅਮਨ ਕਾਨੂੰਨ ਦੀ ਰਾਖੀ ਕਰਨ ਲਈ ਬਣੀਆਂ ਦੱਸੀਆਂ ਜਾਂਦੀਆਂ ਸੰਸਥਾਵਾਂ, ਪੁਲਿਸ ਤੰਤਰ, ਦੋਸ਼ਾਂ ਦੀ ਨਿਰਪੱਖ ਜਾਂਚ ਕਰਨ ਵਾਲੀਆਂ ਸਰਕਾਰੀ ਏਜੰਸੀਆਂ CBI ਅਤੇ ਨਿਆਂ ਦੇਣ ਵਾਲੀਆਂ ਰੱਬ ਦਾ ਰੂਪ ਸਮਝੀਆਂ ਤੇ ਕਹੀਆਂ ਜਾਂਦੀਆਂ ਅਦਾਲਤਾਂ ਦੇ ਅਸਲੀ ਚਿਹਰੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ। ਮੁਕੱਦਮੇ ਦੇ ਸਾਰੇ ਅਮਲ ਦੌਰਾਨ ਪੁਲਿਸ ਨੇ ਗਵਾਹਾਂ ਉੱਤੇ ਭਾਰੀ ਦਬਾਅ ਪਾਇਆ, ਉਹਨਾਂ ਨੂੰ ਧਮਕੀਆਂ ਦਿੱਤੀਆਂ, ਲਾਲਚ ਦਿੱਤੇ, ਉਹਨਾਂ ਉੱਤੇ ਝੂਠੇ ਦੋਸ਼ ਲਾ ਕੇ ਕੇਸ ਦਰਜ ਕੀਤੇ। ਭਾਈ ਖਾਲੜਾ ਨੂੰ ਪੁਲਿਸ ਵੱਲੋਂ ਘਰੋਂ ਅਗਵਾ ਕਰਨ ਦੇ ਦੋਨੋਂ ਚਸ਼ਮਦੀਦ ਗਵਾਹਾਂ ਨੂੰ ਪੁਲਿਸ ਨੇ ਗਵਾਹੀਆਂ ਦੇਣ ਤੋਂ ਰੋਕਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ। ਕਿਰਪਾਲ ਸਿੰਘ ਰੰਧਾਵਾ ਉੱਤੇ ਬਲਾਤਕਾਰ ਦਾ ਝੂਠਾ ਕੇਸ ਪਾ ਦਿੱਤਾ ਸੀ ਅਤੇ ਰਾਜੀਵ ਸਿੰਘ ਰੰਧਾਵਾ ਨੂੰ ਦਿਨ ਦਿਹਾੜੇ ਬਾਜ਼ਾਰ ਚੋਂ ਅਗਵਾ ਕਰਕੇ ਉਸ ਉੱਤੇ ਤਸ਼ੱਦਦ ਕੀਤਾ ਗਿਆ। ਪੁਲਿਸ ਦੇ ਇਨ੍ਹਾਂ ਹੱਥ ਕੰਡਿਆਂ ਕਰਕੇ ਕੁਝ ਗਵਾਹ ਡਾਵਾਡੋਲ ਹੁੰਦੇ ਤੇ ਥਿੜਕਦੇ ਰਹੇ। ਇੱਕ ਅਹਿਮ ਗਵਾਹ ਕਿੱਕਰ ਸਿੰਘ ਐਨ ਮੌਕੇ ਤੇ ਜਾ ਕੇ ਧੋਖਾ ਦੇ ਗਿਆ, ਪਰ ਕਿਰਪਾਲ ਸਿੰਘ ਰੰਧਾਵਾ ਤੇ ਰਾਜੀਵ ਸਿੰਘ ਰੰਧਾਵਾ ਨੇ ਅਖੀਰ ਵਿੱਚ ਜਾ ਕੇ ਪੁਲਿਸ ਦੇ ਸਾਰੇ ਹੱਥ ਕੰਡਿਆਂ ਦੇ ਬਾਵਜੂਦ ਗਵਾਹੀਆਂ ਦੇ ਦਿੱਤੀਆਂ ਸਨ। ਇਨ੍ਹਾਂ ਗਵਾਹੀਆਂ ਕਰਕੇ ਹੀ ਭਾਈ ਖਾਲੜਾ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਸਨ, ਪਰ ਗਵਾਹਾਂ ਦੀ ਕਮਜ਼ੋਰੀ ਕਰਕੇ ਕੁਝ ਹਥਿਆਰੇ ਸੁੱਕੇ ਬਚ ਨਿਕਲੇ। CBI ਦੇ ਸਰਕਾਰੀ ਵਕੀਲਾਂ ਨੇ ਵੀ ਮੁਕੱਦਮੇ ਨੂੰ ਢਾਹ ਲਾਉਣ ਵਿੱਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ। ਗਵਾਹਾਂ ਉੱਤੇ ਦਬਾਅ ਪਾਉਣ ਤੋਂ ਇਲਾਵਾ ਪੁਲਿਸ ਨੇ ਸਾਰੇ ਸਮੇਂ ਦੌਰਾਨ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ ਬੇਦਿਲ ਕਰਨ ਦੇ ਮੰਤਵ ਨਾਲ ਲਗਾਤਾਰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ। ਕਦੇ ਅਦਾਲਤਾਂ ਦੇ ਬਾਹਰ ਖੜੀਆਂ ਉਹਨਾਂ ਦੀਆਂ ਗੱਡੀਆਂ ਦੇ ਟਾਇਰ ਪੈਂਚਰ ਕੀਤੇ ਗਏ, ਕਦੇ ਨਾਕਿਆਂ ਉੱਤੇ ਬੇਵਜ੍ਹਾ ਘੰਟਿਆਂ ਬੱਧੀ ਰੋਕੀ ਰੱਖਿਆ ਤੇ ਕਦੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰ ਇੰਨੀਆਂ ਵਿਪਰੀਤ ਹਾਲਤਾਂ ਦੇ ਬਾਵਜੂਦ ਜੇਕਰ ਫਿਰ ਵੀ ਅੰਤ ਵਿੱਚ ਦੋਸ਼ੀਆਂ ਨੂੰ ਜੇਲ੍ਹਾਂ ਦੀ ਹਵਾ ਖਾਣੀ ਪੈ ਗਈ ਤਾਂ ਇਸ ਦਾ ਸਿਹਰਾ ਪੀੜਤ ਧਿਰ ਦੇ ਵਕੀਲਾਂ ਸਰਦਾਰ ਰਾਜਵਿੰਦਰ ਸਿੰਘ ਬੈਂਸ ਤੇ ਬਰਜਿੰਦਰ ਸਿੰਘ ਸੋਢੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਵਫਾਦਾਰ ਸਾਥੀਆਂ ਦੇ ਸਿਰ ਵੱਜਦਾ ਹੈ। ਸਰਦਾਰ ਰਾਜਵਿੰਦਰ ਸਿੰਘ ਬੈਂਸ ਵੱਲੋਂ ਦਿਖਾਈ ਗਈ ਪੇਸ਼ਾਵਰਾਨਾ ਲਿਆਕਤ, ਅਡੋਲਤਾ ਤੇ ਅਣਥੱਕ ਘਾਲਣਾ ਦਾ ਇਸ ਜਿੱਤ ਵਿੱਚ ਖਾਸ ਤੌਰ ਤੇ ਵੱਡਾ ਯੋਗਦਾਨ ਹੈ। ਇਸੇ ਹੀ ਤਰ੍ਹਾਂ ਭਾਈ ਜਸਵੰਤ ਸਿੰਘ ਦੇ ਸਾਥੀ ਵਰਕਰਾਂ ਨੇ ਆਪਣੇ ਮਹਿਬੂਬ ਆਗੂ ਦੇ ਪ੍ਰਤੀ ਪਿਆਰ ਤੇ ਵਫਾਦਾਰੀ ਦੇ ਜਜ਼ਬੇ ਤਹਿਤ ਜਿੰਨੀ ਬਹਾਦਰੀ ਤੇ ਸਿਦਕ ਦਿਲੀ ਦਿਖਾਈ, ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਹਨਾਂ ਨੇ ਫਰਵਰੀ 1996 ਵਿੱਚ ਉਚੇਚੇ ਤੌਰ ਤੇ ਖਾਲੜਾ ਐਕਸ਼ਨ ਕਮੇਟੀ ਬਣਾ ਕੇ ਹਥਿਆਰਿਆਂ ਨੂੰ ਸਜ਼ਾਵਾਂ ਦਿਵਾਉਣ ਦਾ ਤਹਈਆ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਵੀ ਪਿੱਛੇ ਭੌਂ ਕੇ ਨਹੀਂ ਦੇਖਿਆ। ਉਹਨਾਂ ਲਗਾਤਾਰ 15 ਸਾਲਾਂ ਤੱਕ ਦਿਨ ਰਾਤ ਇੱਕ ਕਰੀ ਰੱਖਿਆ, ਜਿਸ ਸਦਕਾ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦੀ ਚਰਚਾ ਪੰਜਾਬ ਦੇ ਦੂਰ ਦੁਰਾਡੇ ਪਿੰਡਾਂ ਦੇ ਗਰੀਬ ਲੋਕਾਂ ਤੋਂ ਲੈ ਕੇ ਦੇਸ਼ ਦੇ ਧਨਾੜ ਤੇ ਰਸੂਖਵਾਨ ਸਿੱਖਾਂ ਤੱਕ ਅਤੇ ਦੇਸ਼ ਦੀਆਂ ਹੱਦਾਂ ਨੂੰ ਉਲੰਘ ਕੇ ਸਾਰੇ ਸੰਸਾਰ ਦੇ ਜਮਹੂਰੀਅਤ ਪਸੰਦ ਤੇ ਮਾਨਵਵਾਦੀ ਹਲਕਿਆਂ ਤੱਕ ਪਹੁੰਚ ਗਈ ਹੈ। ਇਸ ਸਾਰੇ ਅਰਸੇ ਦੌਰਾਨ ਭਾਈ ਜਸਵੰਤ ਸਿੰਘ ਦੇ ਬਜ਼ੁਰਗ ਮਾਪਿਆਂ ਵੱਲੋਂ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ ਲਗਾਤਾਰ ਦਿੱਤੇ ਜਾਂਦੇ ਰਹੇ ਅਸ਼ੀਰਵਾਦ ਤੇ ਹੌਸਲੇ ਤੇ ਉਹਨਾਂ ਦੇ ਜੋਸ਼ ਨੂੰ ਲਗਾਤਾਰ ਮਗਦਾ ਰੱਖਣ ਵਿੱਚ ਬੇਹੱਦ ਅਹਿਮ ਰੋਲ ਨਿਭਾਇਆ। ਭਾਈ ਖਾਲੜਾ ਦੇ ਕਾਤਲਾਂ ਨੂੰ ਸੁਣਾਈਆਂ ਗਈਆਂ ਸਜ਼ਾਵਾਂ ਦੀ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਵੱਲੋਂ ਪੁਸ਼ਟੀ ਕਰ ਦੇਣ ਨਾਲ ਸਰਕਾਰ ਵੱਲੋਂ 15 ਸਾਲ ਤੱਕ ਲਗਾਤਾਰ ਬੋਲੇ ਜਾਂਦੇ ਰਹੇ ਝੂਠ ਨੰਗੇ ਹੋ ਗਏ। UNO ਦਾ ਦੁਨੀਆ ਵਿੱਚ ਸਰਕਾਰਾਂ ਵੱਲੋਂ ਲਾਪਤਾ ਕੀਤੇ ਗਏ ਬੰਦਿਆਂ ਬਾਰੇ ਜਾਂਚ ਕਰਨ ਲਈ ਇੱਕ ਵਰਕਿੰਗ ਗਰੁੱਪ ਕੰਮ ਕਰਦਾ ਹੈ, ਜਿਸ ਨੇ ਭਾਰਤ ਸਰਕਾਰ ਕੋਲੋਂ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰਕੇ ਲਾਪਤਾ ਕੀਤੇ ਜਾਣ ਬਾਰੇ ਲਿਖਤੀ ਜਵਾਬ ਮੰਗਿਆ ਸੀ। ਭਾਰਤ ਸਰਕਾਰ ਨੇ ਇਸ ਦਾ ਹੇਠ ਲਿਖਿਆ ਜਵਾਬ ਦਿੱਤਾ ਸੀ। ਰਾਜ ਸਰਕਾਰ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ
ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ, ਨਾ ਉਸ ਨੂੰ ਰਾਜ ਦੇ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਭਾਰਤੀ ਹਾਕਮਾਂ ਦੀ ਨੈਤਿਕਤਾ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ। ਭਾਈ ਖਾਲੜਾ ਦੀ ਸ਼ਹਾਦਤ ਦਾ ਰਹੱਸ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਮਾ ਰਾਏ ਦੇ ਵਸਨੀਕ ਕੁਲਵੰਤ ਸਿੰਘ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਗਵਾਹੀ ਅਨੁਸਾਰ ਭਾਈ ਜਸਵੰਤ ਸਿੰਘ ਨੂੰ 6 ਸਤੰਬਰ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਅਗਲੇ ਦਿਨ 7 ਸਤੰਬਰ ਨੂੰ ਝਬਾਲ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ। ਜਸਵੰਤ ਸਿੰਘ ਨੂੰ ਪੁਲਿਸ ਨੇ ਨਸ਼ਾ ਰੱਖਣ ਦੇ ਦੋਸ਼ ਹੇਠ 6 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸੇ ਹੀ ਦਿਨ ਝਬਾਲ ਥਾਣੇ 'ਚ ਬੰਦ ਕਰ ਦਿੱਤਾ ਸੀ। ਅਗਲੇ ਦਿਨ 7 ਸਤੰਬਰ ਨੂੰ ਉੱਥੇ ਉਸ ਦਾ ਭਾਈ ਜਸਵੰਤ ਸਿੰਘ ਖਾਲੜਾ ਨਾਲ ਸਬੱਬੀ ਮੇਲ ਹੋ ਗਿਆ ਸੀ। ਕੁਲਵੰਤ ਸਿੰਘ ਦੀ ਇਹ ਗਵਾਹੀ ਪ੍ਰਮਾਣਿਕ ਮਾਲੂਮ ਹੁੰਦੀ ਹੈ, ਕਿਉਂਕਿ ਉਹ ਆਪਣੇ ਇਸ ਬਿਰਤਾਂਤ ਉੱਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਲਗਾਤਾਰ ਅਡੋਲ ਡਟਿਆ ਰਿਹਾ ਸੀ। ਭਾਈ ਖਾਲੜਾ ਨੂੰ ਅਗਵਾ ਕਰਨ ਤੋਂ ਬਾਅਦ ਗੈਰ ਕਾਨੂੰਨੀ ਤੌਰ ਤੇ ਪੁਲਿਸ ਹਿਰਾਸਤ ਵਿੱਚ ਰੱਖੇ ਜਾਣ ਦੇ ਤੱਥ ਦੀ ਪੁਸ਼ਟੀ ਕਰਨ ਵਾਲਾ ਦੂਜਾ ਗਵਾਹ ਕੁਲਦੀਪ ਸਿੰਘ ਪਿੰਡ ਬਚੜੇ ਸੀ। ਉਸ ਦਾ ਸਮਾਜਿਕ ਪਿਛੋਕੜ ਕੋਈ ਬਹੁਤਾ ਚੰਗਾ ਨਹੀਂ ਸੀ। ਖਾੜਕੂ ਲਹਿਰ ਦੇ ਦੌਰਾਨ ਉਸ ਦਾ ਕਿਸੇ ਤਰੀਕੇ ਨਾਲ ਝਬਾਲ ਥਾਣੇ ਦੇ ਮੁਖੀ ਸਤਨਾਮ ਸਿੰਘ ਨਾਲ ਮੇਲ ਹੋ ਗਿਆ ਸੀ। ਸਤਨਾਮ ਸਿੰਘ ਅਜੀਤ ਸਿੰਘ ਸੰਧੂ ਦਾ ਖਾਸੋ ਖਾਸ ਬੰਦਾ ਸੀ। ਉਹ ਉਸ ਦੇ ਹਰ ਕੁਕਰਮ ਵਿੱਚ ਭਾਈਵਾਲ ਸੀ ਅਤੇ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕਤਲ ਕਰਨ ਵਿੱਚ ਪੂਰਾ ਬਦਨਾਮ ਸੀ। ਹਕੂਮਤੀ ਦਹਿਸ਼ਤਗਰਦੀ ਦੇ ਉਸ ਕਾਲੇ ਦੌਰ ਵਿੱਚ ਪੁਲਿਸ ਵੱਲੋਂ ਖਾੜਕੂਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਉੱਤੇ ਜ਼ੁਲਮ ਢਾਉਣ ਦੇ ਵਹਿਸ਼ੀ ਕਾਰਿਆਂ ਵਿੱਚ ਪਿੰਡਾਂ ਦੇ ਵੱਧ ਚੱਲਣ ਕਿਸਮ ਦੇ ਵਿਅਕਤੀਆਂ ਦੀ ਮਦਦ ਲੈਣ ਦਾ ਵਰਤਾਰਾ ਆਮ ਪ੍ਰਚਲਿਤ ਹੋ ਗਿਆ ਸੀ। ਇਸ ਬਦਲੇ ਅਜਿਹੇ ਵਿਅਕਤੀਆਂ ਨੂੰ ਗੈਰ ਰਸਮੀ ਤੌਰ ਤੇ ਪੁਲਿਸ ਵਿੱਚ ਭਰਤੀ ਕਰ ਲਿਆ ਜਾਂਦਾ ਸੀ। ਉਹਨਾਂ ਨੂੰ ਸਪੈਸ਼ਲ ਪੁਲਿਸ ਅਫਸਰ SPO ਦੇ ਅਹੁਦੇ ਨਾਲ ਨਵਾਜਿਆ ਜਾਂਦਾ ਸੀ। ਸੋ ਇਸ ਤਰੀਕੇ ਨਾਲ ਕੁਲਦੀਪ ਸਿੰਘ ਨੂੰ SPO ਭਰਤੀ ਕਰਕੇ ਸਤਨਾਮ ਸਿੰਘ ਨੇ ਆਪਣਾ ਗਨਮੈਨ ਬਣਾ ਲਿਆ ਸੀ। ਜਦੋਂ ਅਜੀਤ ਸਿੰਘ ਸੰਧੂ ਦੀ ਬਦਲੀ ਰੋਪੜ ਦੀ ਹੋ ਗਈ ਤਾਂ ਕੁਲਦੀਪ ਸਿੰਘ ਵੀ ਸਤਨਾਮ ਸਿੰਘ ਦੇ ਨਾਲ ਹੀ ਰੋਪੜ ਚਲਾ ਗਿਆ ਸੀ ਅਤੇ ਫਿਰ ਬਾਅਦ ਵਿੱਚ ਇਹ ਸਾਰੀ ਟੋਲੀ ਤਰਨਤਾਰਨ ਜ਼ਿਲ੍ਹੇ ਵਿੱਚ ਹੀ ਵਾਪਸ ਆ ਗਈ ਸੀ। ਇਸੇ ਦੌਰਾਨ ਕੁਲਦੀਪ ਸਿੰਘ ਦੀ ਕਿਸੇ ਗੱਲੋਂ ਸਤਨਾਮ ਸਿੰਘ ਨਾਲ ਤਿੱਖੀ ਅਣਬਣ ਹੋ ਗਈ ਅਤੇ ਉਸਨੇ ਸਤਨਾਮ ਸਿੰਘ ਨਾਲ ਆਪਣੀ ਨਿੱਜੀ ਰੰਜਿਸ਼ ਵਿੱਚੋਂ ਹੀ ਖਾਲੜਾ ਕੇਸ ਵਿੱਚ ਉਸ ਦੇ ਵਿਰੁੱਧ ਗਵਾਹੀ ਦਿੱਤੀ ਸੀ। ਕੁਲਦੀਪ ਸਿੰਘ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਗਵਾਹੀ ਅਨੁਸਾਰ ਭਾਈ ਖਾਲੜੇ ਨੂੰ ਝਬਾਲ ਤੋਂ ਇਲਾਵਾ ਤਰਨਤਾਰਨ ਦੇ ਕਈ ਹੋਰ ਥਾਣਿਆਂ ਜਿਵੇਂ ਸਰਹਾਲੀ, ਮਾਣੋ ਚਾਹਲ ਤੇ ਕਾਂਕ ਪੁਲਿਸ ਚੌਂਕੀ ਆਦਿ ਵਿੱਚ ਰੱਖਿਆ ਗਿਆ ਸੀ। ਕੁਲਦੀਪ ਸਿੰਘ ਮੁਤਾਬਕ ਉਸ ਨੂੰ ਚੁੱਕਣ ਤੋਂ ਬਾਅਦ ਲਗਭਗ 48 ਦਿਨਾਂ ਤੱਕ ਅਲੱਗ-ਅਲੱਗ ਥਾਵਾਂ ਤੇ ਰੱਖ ਕੇ ਉਸ ਉੱਤੇ ਲਗਾਤਾਰ ਭਾਰੀ ਤਸ਼ੱਦਦ ਕੀਤਾ ਜਾਂਦਾ ਰਿਹਾ। ਇਸੇ ਦੌਰਾਨ ਇੱਕ ਦਿਨ ਭਾਈ ਖਾਲੜਾ ਨੂੰ ਪਿੰਡ ਮਾਨਾਵਾਲਾ ਵਿਖੇ ਅਜੀਤ ਸਿੰਘ ਸੰਧੂ ਦੀ ਕੋਠੀ ਵਿੱਚ KPS ਗਿੱਲ ਦੇ ਅੱਗੇ ਵੀ ਪੇਸ਼ ਕੀਤਾ ਗਿਆ ਸੀ। ਜਾਪਦਾ ਹੈ ਕਿ ਪੁਲਿਸ ਅਫਸਰਾਂ ਨੇ ਭਾਈ ਖਾਲੜਾ ਦਾ ਹੱਥ ਦੇਖ ਕੇ ਉਸੇ ਦਿਨ ਹੀ ਉਸ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ। ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਭਾਈ ਖਾਲੜਾ ਨੂੰ 25 ਅਕਤੂਬਰ ਦੇ ਕਰੀਬ ਝਬਾਲ ਥਾਣੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਮਾਰੂਤੀ ਕਾਰ ਦੀ ਡਿੱਕੀ ਵਿੱਚ ਰੱਖ ਕੇ ਹਰੀਕੇ ਪੱਤਣ ਲਿਜਾ ਕੇ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਇੱਕ ਹੋਰ ਗਵਾਹ ਕਿੱਕਰ ਸਿੰਘ ਨੇ CBI ਨੂੰ ਦੱਸਿਆ ਸੀ ਕਿ ਉਸ ਨੇ ਜਸਵੰਤ ਸਿੰਘ ਖਾਲੜਾ ਨੂੰ ਕੰਗ ਚੌਂਕੀ ਵਿੱਚ ਦੇਖਿਆ ਸੀ। ਕਿੱਕਰ ਸਿੰਘ ਨੂੰ ਖਾੜਕੂਆਂ ਨਾਲ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਪਹਿਲਾਂ ਹੀ ਕੰਗ ਚੌਂਕੀ ਵਿੱਚ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਸੀ। ਬਾਅਦ ਵਿੱਚ ਜਾ ਕੇ ਕਿੱਕਰ ਸਿੰਘ ਸੈਸ਼ਨ ਜੱਜ ਮੂਹਰੇ ਗਵਾਹੀ ਦੇਣ ਤੋਂ ਭੱਜ ਨਿਕਲਿਆ ਸੀ। ਭਾਵੇਂ ਜਸਵੰਤ ਸਿੰਘ ਖਾਲੜਾ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਕਤਲ ਕਰਨ ਦੇ ਦੋਸ਼ਾਂ ਤਹਿਤ 5 ਦੋਸ਼ੀ ਪੁਲਿਸੀਆਂ ਨੂੰ ਜਿਹੜੀ ਸਜ਼ਾ ਹੋਈ ਹੈ ਉਹ ਮੁੱਖ ਤੌਰ ਤੇ ਕੁਲਦੀਪ ਸਿੰਘ ਦੀ ਗਵਾਹੀ ਦੇ ਆਧਾਰ ਤੇ ਹੀ ਹੋਈ ਹੈ। ਪਰ ਇਸ ਦੇ ਬਾਵਜੂਦ ਉਸ ਦੇ ਸ਼ੱਕੀ ਕਿਰਦਾਰ ਨੂੰ ਸਾਹਮਣੇ ਰੱਖਦੇ ਹੋਏ ਅਤੇ ਮੁਕੱਦਮੇ ਦੀ ਕਾਰਵਾਈ ਦੇ ਦੌਰਾਨ ਉਸ ਵੱਲੋਂ ਦੋਹਾਂ ਹੀ ਧਿਰਾਂ ਨੂੰ ਲਗਾਤਾਰ ਬਲੈਕਮੇਲ ਕਰਨ ਦੇ ਕੀਤੇ ਯਤਨਾਂ ਨੂੰ ਦੇਖਦਿਆਂ ਉਸ ਦੀ ਹਰ ਗੱਲ ਤੇ ਯਕੀਨ ਕਰਨਾ ਔਖਾ ਹੈ।
ਇਹੋ ਗੱਲ ਕਿੱਕਰ ਸਿੰਘ ਬਾਰੇ ਵੀ ਕਹੀ ਜਾ ਸਕਦੀ ਹੈ, ਪਰ ਕੁਝ ਵੀ ਹੋਵੇ, ਸਾਰੇ ਮਾਮਲੇ 'ਚੋਂ ਹੇਠ ਲਿਖੀਆਂ ਦੋ ਸਚਾਈਆਂ ਬਾਰੇ ਕੋਈ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਇੱਕ ਗੱਲ ਇਹ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਨ ਤੋਂ ਬਾਅਦ ਕਾਫੀ ਦਿਨ ਅਲੱਗ-ਅਲੱਗ ਥਾਣਿਆਂ ਵਿੱਚ ਰੱਖ ਕੇ ਉਸ ਉੱਤੇ ਅੰਨਾ ਤਸ਼ੱਦਦ ਕੀਤਾ ਜਾਂਦਾ ਰਿਹਾ। ਅਜਿਹਾ ਕਰਨ ਪਿੱਛੇ ਵੱਡਾ ਮੰਤਵ ਇਹ ਨਜ਼ਰ ਆਉਂਦਾ ਹੈ ਕਿ ਕਾਤਲ ਉਸ ਨੂੰ ਜਿਸਮਾਨੀ ਤੇ ਮਾਨਸਿਕ ਤਸੀਹੇ ਦੇ ਕੇ ਅਤੇ ਅਖੀਰ ਵਿੱਚ ਮੌਤ ਦਾ ਡਰਾਵਾ ਦੇ ਕੇ ਉਸ ਵੱਲੋਂ ਪੁਲਿਸ ਉੱਤੇ ਲਾਏ ਸੰਗੀਨ ਦੋਸ਼ਾਂ ਨੂੰ ਕਿਸੇ ਤਰੀਕੇ ਨਾਲ ਵਾਪਸ ਲੈਣ ਲਈ ਜ਼ੋਰ ਲਾਉਂਦੇ ਰਹੇ ਸਨ। ਪਰ ਜਦ ਉਹਨਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਦੋਸ਼ ਵਾਪਸ ਲੈਣ ਲਈ ਰਜ਼ਾਮੰਦ ਨਾ ਹੋਇਆ ਤਾਂ ਉਹਨਾਂ ਨੇ ਗੁੱਸੇ ਤੇ ਹਤਾਸ਼ਪੁਣੇ 'ਚੋਂ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੂਜੀ ਗੱਲ, ਸਾਰੀਆਂ ਹੀ ਗਵਾਹੀਆਂ 'ਚੋਂ ਇਹ ਤੱਥ ਸਾਫ਼ ਉੱਭਰ ਕੇ ਸਾਹਮਣੇ ਆਇਆ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਵਹਿਸ਼ੀ ਜ਼ਬਰ ਦੇ ਸਨਮੁਖ ਪੂਰੀ ਤਰ੍ਹਾਂ ਅਡੋਲ ਤੇ ਸ਼ਾਂਤ ਚਿੱਤ ਰਿਹਾ ਸੀ। ਉਸ ਨੇ ਸਿੱਖ ਰਵਾਇਤਾਂ ਦੀ ਪਾਲਣਾ ਕਰਦਿਆਂ ਸਾਰੇ ਜਿਸਮਾਨੀ ਤੇ ਮਾਨਸਿਕ ਕਸ਼ਟਾਂ ਨੂੰ ਸਤਿਗੁਰੂ ਦਾ ਭਾਣਾ ਮੰਨ ਕੇ ਕਬੂਲ ਕੀਤਾ ਅਤੇ ਜਦੋਂ ਕਿਸੇ ਨੇ ਉਸ ਨਾਲ ਹਮਦਰਦੀ ਜਤਾਉਣੀ ਚਾਹੀ ਤਾਂ ਉਹ ਇੱਕੋ ਗੱਲ ਕਹਿੰਦਾ ਰਿਹਾ, ਸਭ ਕੁਝ ਸਤਿਗੁਰੂ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ। ਉਸ ਦੇ ਇਸ ਸਿੱਧਕ ਦੀ ਪੁਸ਼ਟੀ ਉਸ ਦੇ ਸਮੁੱਚੇ ਸਮਾਜਿਕ ਜੀਵਨ 'ਚੋਂ ਤੇ ਖਾਸ ਕਰਕੇ ਮਈ 1900 ਬਾਅਦ ਉਸ ਵੱਲੋਂ ਹਰ ਕਦਮ ਤੇ ਦਿਖਾਈ ਨਿਡਰਤਾ ਤੇ ਬੁਲੰਦ ਹੌਸਲੇ ਤੋਂ ਵੀ ਹੁੰਦੀ ਹੈ। ਜਿਵੇਂ ਕਿ ਪਿੱਛੇ ਦੱਸਿਆ ਜਾ ਚੁੱਕਾ ਹੈ, ਉਹ ਮੌਤ ਦੇ ਭੈ ਤੋਂ ਚਰੋਕਣਾ ਮੁਕਤ ਹੋ ਚੁੱਕਾ ਸੀ ਤੇ ਲਗਭਗ 3 ਸਾਲਾਂ ਤੋਂ ਤਾਂ ਉਹ ਆਪਣੀ ਸ਼ਹਾਦਤ ਦਾ ਤੀਬਰਤਾ ਨਾਲ ਇੰਤਜ਼ਾਰ ਕਰਦਾ ਆ ਰਿਹਾ ਸੀ। ਇਸ ਕਰਕੇ ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਸ ਨੇ ਮੌਤ ਦਾ ਸਾਹਮਣਾ ਪੂਰੇ ਸਿੱਧਕ ਤੇ ਸੂਰਮ ਗਤੀ ਨਾਲ ਕੀਤਾ। ਇਹ ਸਚਾਈ ਜਾਂ ਤਾਂ ਵਾਹਿਗੁਰੂ ਜਾਣਦਾ ਹੈ ਤੇ ਜਾਂ ਭਾਈ ਖਾਲੜਾ ਦੇ ਕਾਤਲ ਜਾਣਦੇ ਹਨ। ਅਜੇ ਤੱਕ ਕਾਤਲਾਂ 'ਚੋਂ ਕਿਸੇ ਨੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਉਹਨਾਂ ਵਿੱਚੋਂ 5 ਅਜੇ ਜਿਉਂਦੇ ਹਨ। ਸ਼ਾਇਦ ਕਿਸੇ ਵੇਲੇ ਉਹਨਾਂ 'ਚੋਂ ਕਿਸੇ ਉੱਤੇ ਵਾਹਿਗੁਰੂ ਦੀ ਮਿਹਰ ਹੋ ਜਾਵੇ ਅਤੇ ਉਹਨਾਂ ਅੰਦਰ ਭਾਈ ਜਸਵੰਤ ਸਿੰਘ ਦੇ ਆਖਰੀ ਪਲਾਂ ਬਾਰੇ ਆਪਣੇ ਮੂੰਹੋਂ ਸੱਚ ਬੋਲਣ ਦਾ ਹੌਸਲਾ ਪੈਦਾ ਹੋ ਜਾਵੇ। ਖਾਲਸਾ ਪੰਥ ਉਸ ਸੁਭਾਗੇ ਦਿਨ ਦਾ ਸ਼ਿੱਦਤ ਨਾਲ ਇੰਤਜ਼ਾਰ ਕਰਦਾ ਰਹੇਗਾ। ਮੈਂ ਸ਼ਹੀਦ ਹੋਵਾਂਗਾ, ਤੂੰ ਖੁਦਕੁਸ਼ੀ ਕਰੇਂਗਾ। ਭਾਈ ਜਸਵੰਤ ਸਿੰਘ ਖਾਲੜਾ ਦੇ ਉਪਰੋਕਤ ਖਾਮੋਸ਼ ਬੋਲ ਉਸ ਵੇਲੇ ਪੂਰੇ ਹੋ ਨਿਬੜੇ ਜਦੋਂ 23 ਮਈ 1997 ਨੂੰ ਅਜੀਤ ਸਿੰਘ ਸੰਧੂ ਨੇ ਵੱਡੇ ਤੜਕੇ ਅੰਬਾਲਾ ਚੰਡੀਗੜ੍ਹ ਰੇਲਵੇ ਪਟੜੀ ਤੇ ਡੇਰਾ ਬੱਸੀ ਦੇ ਨੇੜੇ ਚੱਲਦੀ ਟ੍ਰੇਨ ਹਿਮਾਲੀਅਨ ਕੁਈਨ ਅੱਗੇ ਛਾਲ ਮਾਰ ਕੇ ਆਪਣੇ ਪਾਪਾਂ ਭਰੇ ਜੀਵਨ ਦੀ ਲੀਲਾ ਸਮਾਪਤ ਕਰ ਦਿੱਤੀ ਸੀ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਭਾਗ 24। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।